ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ 10ਵੇਂ ਪਾਤਸ਼ਾਹ ਜੀ ਕਲਗੀਧਰ ਮਹਾਰਾਜ ਉਹਨਾਂ ਦੀ ਸਭ ਤੋਂ ਪੁਰਾਤਨ ਲਿਖਤੀ ਖਰੜੇ ਅਨੁਸਾਰ ਪਾਤਸ਼ਾਹੀ 10ਵੀਂ ਜੀ ਦੀ ਮੁਕੰਮਲ 100 ਸਾਖੀ ਵਿੱਚੋਂ ਕਥਾ ਵਿਚਾਰ ਸਰਵਣ ਕਰਾਂਗੇ, ਜਿਸ ਦੇ ਵਿੱਚ ਲੋਕ ਮਰ ਕੇ ਭੂਤ ਪ੍ਰੇਤ, ਕੁੱਤੇ, ਕੂਕਰ, ਗਧੇ ਇਹਨਾਂ ਦੀਆਂ ਜੂਨਾਂ ਵਿੱਚ ਕਿਉਂ ਪੈ ਜਾਂਦੇ ਆ, ਉਹਦਾ ਕਾਰਨ ਕੀ ਹੁੰਦਾ, ਤੇ ਹੋਰ ਵੀ ਮਹਾਰਾਜ ਜੀ ਦਾ ਉਪਦੇਸ਼ ਮਾਤਰ ਗਿਆਨ ਜਿਹੜਾ ਅੱਜ ਕਲਯੁਗ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਸਮਝਣਾ, ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਵਿਕਾਰੀ ਹੋ ਰਹੇ ਆ। ਲੋਕਾਂ ਦੇ ਦਿਲ ਵਿੱਚ ਡਰ ਨਹੀਂ ਹੈਗਾ ਹੁਣ ਰੱਬ ਦਾ, ਨਾਸਤਿਕ ਹੁੰਦੇ ਜਾ ਰਹੇ ਆ, ਗੁਰੂ ਨੂੰ ਮੰਨਦੇ ਨਹੀਂ, ਪੁਰਾਤਨ ਗ੍ਰੰਥਾਂ ਦੀ ਸੁਣਦੇ ਨਹੀਂ। ਤਾਂ ਆਓ ਜੀ ਆਪਾਂ ਇਹ ਕਲਯੁਗ ਦੀ ਜੋ ਸਾਰੀ ਇਹ ਇੱਕ ਹਵਾ ਵਗੀ ਹੋਈ ਆ, ਇਹਦਾ ਪ੍ਰਭਾਵ ਇੰਨਾ ਕਿਉਂ ਆ, ਤਾਂ ਆਓ ਜੀ ਜਾਣਨਾ ਕਰੀਏ ਕਿਉਂ ਲੋਕ ਇੰਨੀਆਂ ਜੂਨਾਂ ਵਿੱਚ ਪੈ ਜਾਂਦੇ ਆ। ਸਾਰੇ ਆਸੇ ਪਾਸੇ ਜੋ ਵੀ ਵੇਖ ਰਹੇ ਹਾਂ ਕਰਮਾਂ ਦੀ ਸਜ਼ਾ ਭੋਗ ਰਹੇ ਆ ਸਾਰੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਥਾ ਬੜੀ ਸੁੰਦਰ ਆ, ਜੀਵਨ ਬਦਲਣ ਵਾਲੀ ਆ। ਮਹਾਰਾਜ ਜੀ ਦੀ ਇਹ 111ਵੀਂ ਸਾਖੀ ਅੱਗੇ ਚੱਲੀ। ਕੋਠੇ ਗ੍ਰਾਮ ਦੇ ਵਿੱਚ ਸਤਿਗੁਰੂ ਜੀ ਮਹਾਰਾਜ ਨੇ ਦੀਵਾਨ ਸਜਾਇਆ। ਇਹ ਕੋਠਾ ਨਗਰ ਸੀ ਕੋਈ, ਉੱਥੇ ਮਹਾਰਾਜ ਗਏ ਆ। ਅੱਗੇ ਉਹਨਾਂ ਦੇ ਸਿੰਘ ਜਵਾਨ ਚੱਲ ਕੇ ਆਏ ਆ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ ਵੀ ਇਹ ਭੁਜੰਗੀਆਂ ਨੂੰ ਵੀ ਅੰਮ੍ਰਿਤ ਛਕਾ ਦਿਓ, ਇਹਨਾਂ ਨੂੰ ਵੀ ਅੰਮ੍ਰਿਤ ਦੀ ਦਾਤ ਦੇਵੋ ਜੀ। ਕਿਉਂਕਿ ਗੁਰੂ ਮਹਾਰਾਜ ਜੀ ਕੋਲ ਬਹੁਤ ਸਾਰੇ ਸਿੱਖ ਆਉਂਦੇ ਜਿਹੜੇ ਸਿੰਘ ਸਾਜਦੇ ਹੁੰਦੇ ਸੀ। ਉਦੋਂ ਬਹੁਤ ਕਿਸੇ ਸਮੇਂ ਨਾਲ ਉਤਸ਼ਾਹ ਹੁੰਦਾ ਸੀ ਸੰਗਤਾਂ ਵਿੱਚ, ਚਲੋ ਚੱਲ ਕੇ ਅੰਮ੍ਰਿਤ ਛਕੀਏ, 5 ਕਕਾਰ ਧਾਰਨ ਕਰੀਏ, ਰਹਿਤ ਮਰਿਆਦਾ ਪੜ੍ਹੀਏ, ਸਿੱਖੀਏ, ਸਮਝੀਏ। ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਸਮੇਂ ਦੇ ਹਿਸਾਬ ਨਾਲ ਚੀਜ਼ਾਂ ਵੀ ਬਦਲ ਜਾਂਦੀਆਂ, ਚੀਜ਼ਾਂ ਦੇ ਮੁੱਲ ਵੀ ਬਦਲ ਜਾਂਦੇ ਆ। ਤੇ ਆਪਾਂ ਵੇਖਦੇ ਹਾਂ ਮਹਾਰਾਜ ਦੀ ਸਾਖੀ ਵਿੱਚ ਇਹ ਤਾਂ ਉਦੋਂ ਫਿਰ ਕੁਝ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਜਿਹੜੇ ਲੋਕਾਂ ਦਾ ਵਿਆਹ ਨਹੀਂ ਹੁੰਦਾ ਤੇ ਉਹ ਵੇਸ਼ਵਾਵਾਂ ਨੂੰ ਭੋਗਦੇ ਆ, ਉਹਨਾਂ ਦਾ ਕੀ ਹਾਲ ਹੋਵੇਗਾ, ਇਹ ਸਾਨੂੰ ਦੱਸੋ ਮਹਾਰਾਜ। ਕਿਉਂਕਿ ਗੁਰੂ ਸਾਹਿਬ ਜੀ ਸਾਡੇ ਪਰਮ ਪਿਤਾ ਹਨ, ਉਹਨਾਂ ਤੋਂ ਕੋਈ ਵੀ ਸਵਾਲ ਇੱਕ ਪੁੱਤਰ ਬਣ ਕੇ, ਧੀ ਬਣ ਕੇ ਆਪਾਂ ਜਦੋਂ ਪੁੱਛਦੇ ਹਾਂ ਤੇ ਮਹਾਰਾਜ ਸਾਨੂੰ ਉੱਤਰ ਵੀ ਦਿੰਦੇ ਆ। ਗੁਰੂ ਸਾਹਿਬ ਜੀ ਉਹਨਾਂ ਦਾ ਕੀ ਹਾਲ ਹੋਵੇਗਾ ਜਿਹੜੇ ਇਹਨਾਂ ਚੱਕਰਾਂ ਵਿੱਚ ਪਏ ਹੋਏ ਆ। ਅੱਜ ਵੀ ਬਹੁਤ ਲੋਕ ਇਹਨਾਂ ਚੱਕਰਾਂ ਵਿੱਚ ਫਸੇ ਹੋਏ ਆ। ਗੁਰੂ ਮਹਾਰਾਜ ਨੇ ਬਚਨ ਕੀਤਾ, ਜਿਨ੍ਹਾਂ ਦੇ ਘਰ ਧੀ ਵਿਆਹੁਣ ਜੋਗੀ ਹੋਈ ਆ, ਉਹ ਆਪਣੀ ਧੀ ਦਾ ਵਿਆਹ ਬੜੇ ਹੀ ਅਦਬ ਸਤਿਕਾਰ ਦੇ ਨਾਲ ਕਰਦੇ ਆ। ਤੇ ਗੁਰਮੁਖ ਪਿਆਰਿਓ, ਮਹਾਰਾਜ ਨੇ ਇਹ ਵੀ ਕਿਹਾ ਕੁਝ ਲੋਕ ਜਿਹੜੇ ਆ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਦਿੰਦੇ ਆ, ਧੀਆਂ ਦੀ ਗਿਣਤੀ ਘਟ ਜਾਂਦੀ ਆ, ਜਿਸ ਕਰਕੇ ਕੁਝ ਨੌਜਵਾਨਾਂ ਦਾ ਵਿਆਹ ਨਹੀਂ ਹੋ ਪਾਉਂਦਾ ਤੇ ਉਹ ਇਸ ਪਾਸੇ ਚਲੇ ਜਾਂਦੇ ਆ। ਤਾਂ ਧੀਆਂ ਨੂੰ ਮਾਰਨ ਦਾ ਪਾਪ ਜਿੱਥੇ ਉਹਨਾਂ ਦੇ ਸਿਰ ਤੇ ਲੱਗਦਾ, ਉੱਥੇ ਇਹਦੇ ਨਾਲ ਜਿਹੜੇ ਮਰਦ ਹਨ, ਨੌਜਵਾਨ ਹਨ, ਉਹ ਗਲਤ ਪਾਸੇ ਜਾ ਰਹੇ। ਤਾਂ ਧੀਆਂ ਨੂੰ ਕੁੱਖ ਦੇ ਵਿੱਚ ਮਾਰਨਾ ਨਹੀਂ ਚਾਹੀਦਾ। ਇੰਨੀ ਦੂਰ ਦ੍ਰਿਸ਼ਟੀ ਨਾਲ ਮਹਾਰਾਜ ਨੇ ਉੱਤਰ ਦਿੱਤਾ। ਹੁਣ ਆਪਾਂ ਕਹਾਂਗੇ ਕਿ ਇੱਕ ਗੱਲ ਤਾਂ ਇਹ ਵਿਆਹ ਦੀ ਚੱਲ ਰਹੀ ਆ, ਪਰ ਮਹਾਰਾਜ ਧੀ ਮਾਰਨ ਨੂੰ ਕਿਉਂ ਕਹੀ ਜਾਂਦੇ ਆ? ਜੀਵ ਨੂੰ ਇੰਨਾ ਗਿਆਨ ਨਹੀਂ ਹੁੰਦਾ, ਗੁਰੂ ਨੂੰ ਬਹੁਤ ਗਿਆਨ ਹੁੰਦਾ ਹੈ। ਇਸੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਹੀ ਪ੍ਰੇਮ ਦੇ ਨਾਲ ਸਮਝਾਉਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ, ਗੁਰਮੁਖ ਪਿਆਰਿਓ, ਗੁਰੂ ਜੀ ਕਹਿਣ ਲੱਗੇ ਭਾਈ ਜਿਹੜੇ ਲੋਕ ਬਿਨਾਂ ਹੀ ਆਨੰਦ ਪੜ੍ਹਾਏ ਆਨੰਦ ਕਰਦੇ ਆ, ਬਿਨਾਂ ਆਨੰਦ ਕਾਰਜ ਕੋਈ ਬਾਣੀ ਨਹੀਂ ਪੜ੍ਹਦੇ, ਇਸ ਤਰ੍ਹਾਂ ਹੀ ਵਿਆਹ ਰਚਾ ਲੈਂਦੇ ਆ, ਉਹ ਵੀ ਗੁਰਮਤ ਦੇ ਅਨੁਸਾਰ ਉਲਟਾ ਉਹ ਕੁੜੀ ਮਾਰਨ ਵਾਲਿਆਂ ਜਿੰਨਾ ਹੀ ਪਾਪ ਕਰਦੇ ਆ ਤੇ ਉਹਨਾਂ ਨੂੰ ਵੀ ਸ਼ਰਮਿੰਦਾ ਕਰਦੇ ਆ। ਤਾਂ ਇਹ ਚੀਜ਼ ਜਿਹੜੀ ਆ ਵੀ ਉਦੋਂ ਵੀ ਵੱਡਾ ਪਾਪ ਆ। ਤਾਂ ਇਹ ਚੀਜ਼ਾਂ ਸਾਰੀਆਂ ਉਦੋਂ ਸਮਾਜ ਵਿੱਚ ਹੁੰਦੀਆਂ ਸੀ। ਅੱਜ ਵੀ ਜਿਵੇਂ ਆਪਾਂ ਕਹਿੰਦੇ ਕੋਰਟ ਮੈਰਿਜ ਕਈ ਕਰਵਾ ਲੈਂਦੇ ਆ, ਆਨੰਦ ਕਾਰਜ ਤਾਂ ਕਰਵਾਉਂਦੇ ਹੀ ਨਹੀਂ, ਉਹਨਾਂ ਨੂੰ ਬਹੁਤ ਵੱਡਾ ਦੋਸ਼ ਲੱਗਦਾ ਫਿਰ। ਤੇ ਮਹਾਰਾਜ ਕਹਿੰਦੇ ਉਪਦੇਸ਼ ਦੇ ਕੇ ਭਾਈ ਉਹਨਾਂ ਨੂੰ ਉਹ ਹਟਾਉਣਗੇ। ਫਿਰ ਗੁਰੂ ਮਹਾਰਾਜ ਨੇ
ਬਹੁਤ ਸੁੰਦਰ ਉਪਦੇਸ਼ ਦਿੱਤਾ। ਕਹਿਣ ਲੱਗੇ ਜਿਹੜਾ ਵੀ ਭਾਈ ਆਪਣੀ ਧੀ ਨੂੰ ਕੁੱਖ ਦੇ ਵਿੱਚ ਮਰਵਾਉਂਦਾ ਹੈ, ਜਿਹੜਾ ਵੀ ਗੁੰਮਰਾਹ ਕਰਕੇ ਕਿਸੇ ਨੂੰ, ਜਿਹਦਾ ਵੀ ਹੱਥ ਹੁੰਦਾ, ਭਾਵ ਕਿ ਜੇ ਉਹ ਇਸ ਤਰ੍ਹਾਂ ਕਰੇਗਾ, ਧੀ ਮਰਵਾਵੇਗਾ, ਉਹ 100 ਜਨਮ ਕੁੱਤੀ ਤੇ ਕੁੱਤੇ ਦਾ ਪਾਵੇਗਾ। ਦੇਖੋ ਗੁਰਮੁਖ ਪਿਆਰਿਓ, ਆਸੇ ਪਾਸੇ ਜਿਹੜੇ ਸਾਡੇ ਇੰਨੇ ਕੂਕਰ ਫਿਰਦੇ, ਆਪਾਂ ਕਹਿੰਦੇ ਆ ਕੁੱਤੇ ਬਹੁਤ ਹੋਏ ਫਿਰਦੇ ਆ, ਆਸੇ ਪਾਸੇ ਕੁੱਤਿਆਂ ਦੀ ਗਿਣਤੀ ਵਧੀ ਜਾਂਦੀ ਆ। ਦੇਖੋ ਕਿਵੇਂ ਕੁੱਤੇ ਦੀ ਮੌਤ ਮਰਦੇ ਆ, ਸੜਕਾਂ 'ਤੇ ਮਰੇ ਪਏ ਹੁੰਦੇ ਆ, ਗੱਡੀਆਂ ਲਤਾੜ ਕੇ ਲੰਘ ਜਾਂਦੀਆਂ ਇਹਨਾਂ ਨੂੰ। ਕਿਵੇਂ ਕੁੱਤੇ ਦੀ ਮੌਤ ਆਪਾਂ ਕਹਿੰਦੇ ਵੀ ਬੰਦਾ ਮਰ ਜੂਗਾ ਜਿਹੜਾ ਮਾੜੇ ਕੰਮ ਕਰਦਾ, ਤਾਂ ਉਹ ਕੁੱਤੇ ਦੀ ਮੌਤ ਤਾਂ ਆਪਾਂ ਕਹਿੰਦੇ ਆ ਵੀ ਉਹਦੇ ਕੀੜੇ ਪੈ ਜਾਂਦੇ। ਕਈ ਵਾਰੀ ਸੜਕ 'ਤੇ ਉਹ ਐਕਸੀਡੈਂਟ ਹੋ ਜਾਂਦਾ, ਕਈ ਵਾਰੀ ਬਹੁਤ ਔਖੀ ਮੌਤ ਮਰਦੇ ਆ। ਤਾਂ ਕਰਕੇ ਫਿਰ ਕਲਗੀਧਰ ਮਹਾਰਾਜ ਨੇ ਕਿਹਾ ਵੀ ਜਿਹੜਾ ਵੀ ਭਾਈ ਆਪਣੀ ਇਹ ਧੀ ਨੂੰ ਕੁੱਖ ਵਿੱਚ ਕਤਲ ਕਰੇਗਾ, ਉਹਦਾ ਜਨਮ ਕੁੱਤੇ ਤੇ ਕੁੱਤੀ ਦਾ ਹੀ ਹੋਵੇਗਾ, ਕੂਕਰ ਦਾ ਜਨਮ ਹੋਵੇਗਾ ਉਹਦਾ। ਤਾਂ ਹੁਣ ਆਪਾਂ ਕਹਿ ਦਈਏ ਵੀ ਨਹੀਂ ਜੀ, ਇਹ ਗੁਰੂ ਸਾਹਿਬ ਜੀ ਤਾਂ ਵੈਸੇ ਹੀ ਕਹਿ ਗਏ, ਜਾਂ ਅਸੀਂ ਆਪਣੇ ਕੋਲੋਂ ਗੱਲ ਬਣਾਤੀ ਆ, ਤਾਂ ਇਹ ਫਿਰ ਇੱਕ ਮਨਮੁਖੀ ਬੰਦੇ ਦਾ ਸੁਭਾਅ ਹੋ ਸਕਦਾ। ਤਾਂ ਕਹਿਣਗੇ ਐਵੇਂ ਗੱਲਾਂ ਮਾਰੀ ਜਾਂਦੇ ਆ, ਇਹਨਾਂ ਨੂੰ ਕੀ ਪਤਾ। ਤਾਂ ਗੁਰੂ ਸਾਹਿਬ ਦੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੇ ਅੱਜ ਲੋਕ, ਨਾਸਤਿਕ ਬਹੁਤ ਹੋ ਰਹੇ ਆ। ਅਤੇ ਇੰਨੇ ਜਿਹੜੇ ਕੁੱਤੇ ਵਧੀ ਜਾਂਦੇ ਆ, ਤਾਂ ਅਵਾਰਾ ਕੁੱਤੀਆਂ ਦੇ ਇੰਨੇ ਕਤੂਰੇ ਹੋਣੇ, ਉਹ ਪਲ ਕੇ ਵੱਡੇ ਹੋਣੇ, ਫਿਰ ਮਰ ਜਾਣਾ, ਉਹਨਾਂ ਦੇ ਕੀੜੇ ਪੈ ਜਾਣੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਵੀ ਉਹੀ ਹੋਈ ਜਾਂਦੀਆਂ? ਇਹ ਸਾਰਾ ਕਰਮਾਂ ਦਾ ਹੀ ਚੱਕਰ ਆ ਗੁਰਮੁਖ ਪਿਆਰਿਓ। ਤੇ ਮਹਾਰਾਜ ਜੀ ਕਹਿੰਦੇ ਭਾਈ ਇਸ ਕਰਕੇ ਆਪਦੀਆਂ ਧੀਆਂ ਨੂੰ ਨਾ ਵੱਡੀਆਂ ਕਰੋ, ਪ੍ਰੇਮ ਨਾਲ ਉਹਨਾਂ ਨੂੰ ਗੁਰਮਤਿ ਦ੍ਰਿੜ ਕਰਵਾਓ। ਉਹਨਾਂ ਦੀ ਸ਼ਾਦੀ ਜਿਹੜੀ ਆ ਚੰਗੇ ਘਰਾਣੇ ਵਿੱਚ ਹੋਵੇਗੀ, ਗੁਰਮੁਖ ਪਰਿਵਾਰ ਦੇ ਨਾਲ ਹੋਵੇਗੀ, ਤੇ ਉਹ ਫਿਰ ਸਿੱਖੀ ਦੇ ਨਾਲ ਜੁੜਨਗੇ। ਤਾਂ ਇਹ ਸਾਰੀਆਂ ਚੀਜ਼ਾਂ ਮਹਾਰਾਜ ਨੇ ਸਾਨੂੰ ਉਦੋਂ ਸਮਝਾਈਆਂ, ਤੇ ਅੱਜ ਇਹਨਾਂ ਦੀ ਬਹੁਤ ਲੋੜ ਆ। ਅੱਜ ਅਸੀਂ ਵੇਖਦੇ ਹਾਂ ਬਹੁਤ ਬੀਬੀਆਂ ਜਿਹੜੀਆਂ ਹਨ ਉਹ ਬਿਊਟੀ ਪਾਰਲਰ ਵਿੱਚ ਜਾ ਕੇ ਹੀ ਖੁਸ਼ ਹੁੰਦੀਆਂ ਨੇ। ਉਹ ਨਿਤਨੇਮ ਕਰਕੇ, ਬਾਣੀ ਪੜ੍ਹ ਕੇ, ਬਾਣੇ ਨਾਲ ਜੁੜ ਕੇ ਨਹੀਂ ਖੁਸ਼ ਹੁੰਦੀਆਂ। ਇਹਦੇ ਕੋਲ ਬਾਣਾ ਹੈ, ਉਹਦੇ ਕੋਲ ਬਾਣੀ ਨਹੀਂ ਹੈਗੀ, ਉਹਦੇ ਕੋਲ ਵਿਖਾਵਾ ਵਾ। ਅੰਦਰੋਂ ਵੀ ਜੁੜਨਾ ਨਾਲ ਗੁਰੂ ਦੇ, ਕੇਵਲ ਬਾਣਾ ਨਹੀਂ, ਬਾਣੀ ਵੀ ਜ਼ਰੂਰੀ ਆ। ਤਾਂ ਇਹ ਔਖੀ ਜਿਹੜੀ ਆ, ਇਹੋ ਜਿਹਾ ਜੀਵਨ ਸਾਥੀ ਲੱਭਣਾ ਅੱਜ ਦੇ ਜ਼ਮਾਨੇ ਵਿੱਚ ਬਹੁਤ ਔਖਾ ਹੋ ਗਿਆ, ਕਿਉਂਕਿ ਆਪਾਂ ਬਾਹਰੋਂ ਦਿਖਾਵੇ ਵਾਲੇ ਹੋ ਗਏ। ਤੇ ਮਹਾਰਾਜ ਨੇ ਇਹ ਵੀ ਕਿਹਾ ਦਿਖਾਵੇ ਦੇ ਸਿੱਖ ਨਹੀਂ ਬਣਨਾ, ਭੇਖੀ ਸਿੱਖ ਨਹੀਂ ਬਣਨਾ, ਇਹ ਵੀ ਨਾਲ ਗੱਲ ਕਹੀ ਆ। ਫਿਰ ਕਲਗੀਧਰ ਮਹਾਰਾਜ ਨੇ ਜਿਹੜਾ ਉਪਦੇਸ਼ 100 ਸਾਖੀ ਦੇ ਵਿੱਚ ਦੱਸਿਆ ਹੋਇਆ, ਹੁਣ ਅਗਲੀ ਗੱਲ ਆਪਾਂ ਕਰਨੀ ਆ, ਉਹ 'ਤੇ ਵੀ ਸ਼ੰਕਾ ਬਹੁਤ ਤੁਸੀਂ ਕਰੋਗੇ, ਇਹ ਉਹੀ ਕਰਨਗੇ ਜਿਹੜੇ ਕਰਦੇ ਆ। ਤਾਂ ਆਓ ਅੱਗੇ ਆਪਾਂ ਚੱਲਦੇ ਹਾਂ, ਸਰਵਣ ਕਰਦੇ ਹਾਂ। ਸੰਗਤਾਂ ਮਾਈਆਂ ਬੀਬੀਆਂ ਦਰਸ਼ਨ ਕਰਨ ਨੂੰ ਆਈਆਂ। ਇਸ ਗ੍ਰੰਥ ਵਿੱਚ ਲਿਖਿਆ ਕਈਆਂ ਦੇ ਹੱਥ ਵਿੱਚ ਕੱਚ ਦੀਆਂ ਤੇ ਲਾਖ ਦੀਆਂ ਵੰਗਾਂ ਚੂੜੀਆਂ ਸੀਗੀਆਂ। ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਉਤਾਰ ਦਿਓ। ਇਹ ਕਲਗੀਧਰ ਜੀ ਨੇ ਆਖਿਆ ਵੀ ਇਹਨਾਂ ਨੂੰ ਵੰਗਾਂ ਉਤਾਰ ਦਿਓ। ਉਦੋਂ ਮਹਾਰਾਜ ਕਹਿੰਦੇ ਵੀ ਜਿਹੜੀ ਬੰਦੇ ਦੀ ਦੇਹ ਆ ਨਾ, ਗਹਿਣਾ ਕਈ ਵਾਰੀ ਉਹਦਾ ਵੈਰੀ ਬਣ ਜਾਂਦਾ। ਕਿਵੇਂ? ਕਈ ਲਾਲਚ ਵਿੱਚ ਆ ਕੇ ਰਾਹ ਵਿੱਚ ਜਾਂਦਿਆਂ ਨੂੰ ਗਲਾ ਘੁੱਟ ਦਿੰਦੇ ਆ, ਲੁੱਟ ਲੈਂਦੇ ਆ। ਇਸ ਕਰਕੇ ਗਹਿਣਾ ਵੀ ਕਈ ਵਾਰੀ ਬੰਦੇ ਦਾ ਵੈਰੀ ਹੁੰਦਾ। ਆਪਾਂ ਗਹਿਣਾ ਸੋਨਾ ਖਰੀਦਦੇ ਹਾਂ ਵੀ ਔਖੇ ਵੇਲੇ ਕੰਮ ਆਊਗਾ ਸਾਡੇ, ਚਾਂਦੀ ਰੁਪਾ, ਇਹ ਸਾਰੀਆਂ ਚੀਜ਼ਾਂ ਬੰਦਾ ਸਾਂਭ ਰੱਖਦਾ ਵੀ ਮੁਸ਼ਕਲ ਦੀ ਘੜੀ ਵਿੱਚ ਇਹ ਸੰਪਤੀ ਬਣ ਗਈ, ਇਹ ਵੇਚਾਂਗੇ ਤੇ ਮਾੜਾ ਸਮਾਂ ਜਿਹੜਾ ਹੋਊਗਾ ਉਹ ਚੰਗਾ ਬਤੀਤ ਕਰਾਂਗੇ, ਉਹਦੇ ਵਿੱਚ ਉਹ ਪੈਸੇ ਵਰਤ ਲਾਂਗੇ, ਔਖੇ ਵੇਲੇ ਕੰਮ ਆਉਣ ਵਾਲੀ ਚੀਜ਼ ਆ। ਪਰ ਮਹਾਰਾਜ ਕਹਿੰਦੇ ਕਈ ਵਾਰੀ ਭਾਈ ਇਹ ਗਹਿਣਾ ਹੀ ਬੰਦੇ ਦਾ ਦੁਸ਼ਮਣ ਹੋ ਜਾਂਦਾ। ਆਪਾਂ ਪਾ ਕੇ ਚਲੇ ਗਏ, ਰਸਤੇ ਵਿੱਚ ਲਟੇਰੇ ਮਿਲ ਗਏ, ਉਹਨਾਂ ਨੇ ਗਲ ਘੁੱਟਤਾ, ਮਾਰ ਦਿੱਤਾ, ਗਹਿਣੇ ਵੀ ਖੋਹ ਲਏ। ਤਾਂ ਇਵੇਂ ਮਹਾਰਾਜ ਜੀ ਨਾ ਇਹ ਸਮਝਾਉਂਦੇ ਹੁੰਦੇ ਆ। ਕਈ ਵਾਰੀ ਸਾਨੂੰ ਲੱਗਦਾ ਵੀ ਖੌਰੇ ਗਲਤ ਕਹੀ ਜਾਂਦੇ ਆ, ਪਰ ਨਹੀਂ, ਇਹ ਇੱਕ ਹੰਸ ਬਣ ਕੇ ਪੜ੍ਹਨ ਵਾਲੇ ਗ੍ਰੰਥ ਆ, ਜਿਹੜੇ ਪੁਰਾਤਨ ਗ੍ਰੰਥ ਆ। ਅੱਗੇ ਵੀ ਮੈਂ ਇਹ ਵਿਚਾਰ ਕੀਤੀ ਆ ਵੀ ਇਹ ਬਗਲੇ ਬਣ ਕੇ ਨਹੀਂ ਪੜ੍ਹੇ ਜਾਣੇ, ਇਹਦੇ ਲਈ ਹੰਸ ਬਣਨਾ ਪਵੇਗਾ। ਤਾਂ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਗੁਰੂ ਜੀ, ਉਹਨਾਂ ਨੇ ਕਿਹਾ ਭਾਈ ਇਹ ਨਾ ਵੰਗਾਂ ਚੂੜੀਆਂ ਉਤਾਰ ਦਿਓ। ਹੁਕਮ ਹੋਇਆ ਇਹਨਾਂ ਦੇ ਹੱਥੋਂ ਚੂੜੀਆਂ ਤੇ ਵੰਗਾਂ ਉਤਾਰ ਦਿਓ, ਕਿਉਂਕਿ ਇਹ ਗੁਰੂ ਦੀ ਮਰਿਆਦਾ ਵਿੱਚ ਨਹੀਂ। ਅੱਜ ਅਸੀਂ ਵੇਖਦੇ ਹਾਂ ਜਦੋਂ ਅੰਮ੍ਰਿਤ ਛਕਣ ਜਾਣਾ ਹੁੰਦਾ, ਉਦੋਂ ਜਿਹੜੇ ਲੋਕ ਆ ਜਾਂ ਬੀਬੀਆਂ ਹਨ ਉਹ ਸਾਰੀਆਂ ਚੀਜ਼ਾਂ ਉਤਾਰ ਦਿੰਦੀਆਂ,
ਅੰਮ੍ਰਿਤ ਛਕ ਕੇ ਆਉਂਦੇ ਆ ਘਰੇ, ਨਾਲ ਦੀ ਨਾਲ ਹੀ ਉਹ ਪਾ ਲੈਂਦੇ ਆ, ਧਾਗੇ ਬੰਨ੍ਹ ਲੈਂਦੇ ਆ, ਚੂੜੀਆਂ ਪਾ ਲੈਂਦੇ ਆ, ਮੇਕਅਪ ਵੀ ਕੀ ਕਰੀ ਜਾਂਦੇ ਆ, ਅੰਮ੍ਰਿਤ ਛਕਿਆ ਹੋਇਆ ਮੇਕਅਪ ਕਰੀ ਜਾਂਦੇ ਆ, ਸਾਰੀਆਂ ਚੀਜ਼ਾਂ ਹੋਈ ਜਾਂਦੀਆਂ। ਤਾਂ ਉਹ ਫਿਰ ਗੁਰੂ ਸਾਹਿਬ ਜੀ ਨੇ ਆਪ, ਕਹਿਣ ਦਾ ਭਾਵ ਉਤਰਾਈਆਂ ਸੀਗੀਆਂ ਵੀ ਇਹ ਚੂੜੀਆਂ ਨਹੀਂ ਪਾਉਣੀਆਂ। ਮਹਾਰਾਜ ਕਹਿੰਦੇ ਸਰਬ ਲੋਹ ਦਾ ਕੜਾ ਆਪ ਜੀ ਨੂੰ ਦਿੱਤਾ ਹੈ। ਇਹ ਜਿਹੜਾ ਪਹਿਰਾਵਾ ਨਾ, ਮਹਾਰਾਜ ਕਹਿੰਦੇ ਆਹ ਵੰਗਾਂ ਚੂੜੀਆਂ, ਇਹ ਹਰੀਜਨਾਂ ਦਾ, ਹਰੀਜਨਾਂ ਤੋਂ ਭਾਵ ਕੋਈ ਨੀਵੀਂ ਜਾਤ ਨਹੀਂ। ਮਹਾਰਾਜ ਜੀ ਨੇ ਕਿਹਾ, ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ, ਮਹਾਤਮਾ ਜੀ ਦਾ ਇੱਕ ਵਾਕ ਵੀ ਆ, ਕੱਚੇ ਕੱਚ ਵਿਹਾਜਿਆ ਲਾਲਾਂ ਦੀ ਸਾਰ ਨਾ ਜਾਣੀ। ਤੇ ਇਹ ਭਾਵ ਕਿ ਇਹ ਚੀਜ਼ਾਂ ਕੱਚੀਆਂ, ਮਹਾਰਾਜ ਨੇ ਤੁਹਾਨੂੰ ਪੱਕੀ ਚੀਜ਼ ਦਿੱਤੀ ਸਰਬ ਲੋ, ਉਹ ਕਿਉਂ ਨਹੀਂ ਪਾਉਂਦੇ? ਹਰੀਜਨ ਇੱਕ ਸੋਚ ਹੁੰਦੀ ਆ, ਮਹਾਰਾਜ ਜਾਤ ਪਾਤ ਨੂੰ ਮੰਨਦੇ ਨਹੀਂ, ਇੱਕ ਸੌੜੀ ਛੋਟੀ ਸੋਚ ਦਾ ਇਹ ਪ੍ਰਤੀਕ ਹੋ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਇਹ ਇਸ ਤਰ੍ਹਾਂ ਕਰਦੇ ਆ, ਇਹਨਾਂ ਦੇ ਹੱਥੋਂ ਪ੍ਰਸ਼ਾਦਾ ਵੀ ਨਹੀਂ ਛਕਣਾ। ਖਾਲਸੇ ਨੇ ਜਿਹੜੇ ਚੂੜੀਆਂ ਪਾ ਕੇ ਪ੍ਰਸ਼ਾਦਾ ਬਣਾਉਂਦੇ ਆ, ਸਿੰਘਾਂ ਨੇ ਇਹਨਾਂ ਦੇ ਹੱਥੋਂ ਪ੍ਰਸ਼ਾਦਾ ਨਹੀਂ ਛਕਣਾ। ਅੱਜ ਵੀ ਤੁਸੀਂ ਵੇਖਿਆ ਹੋਣਾ, ਕੁਝ ਮਹਾਂਪੁਰਖ ਕਿਸੇ ਕਿਸੇ ਵਿਰਲੇ ਘਰੋਂ ਹੀ ਪ੍ਰਸ਼ਾਦਾ ਛਕਦੇ ਆ। ਉਹਦਾ ਕਾਰਨ ਕੀ ਆ? ਉਹ ਵਹਿੰਦੇ ਵੀ ਰਹਿਤ ਮਰਿਆਦਾ ਨਾਂ ਦੀ ਕੋਈ ਚੀਜ਼ ਹੈਗੀ ਆ, ਫਿਰ ਉਹ ਛਕਦੇ ਆ। ਫਿਰ ਕਲਗੀਧਰ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ, ਭਾਈ ਦੇਖੋ ਇਹ ਕੱਚੋ ਕੱਚ ਵਿਹਾਜਿਆ, ਤਾਂ ਇਹ ਜਿਹੜੀਆਂ ਚੀਜ਼ਾਂ ਕੱਚੀਆਂ ਇਹ ਪੱਕੀਆਂ ਦਾ ਕੰਮ ਨਹੀਂ ਦੇ ਸਕਦੀਆਂ। ਇਸ ਕਰਕੇ ਜਿਵੇਂ ਕਿ ਕੋਈ ਕਾਠ ਦੀ ਮੂਰਤੀ ਹੋਵੇ, ਕੋਈ ਲੱਕੜ ਦੀ ਮੂਰਤੀ ਹੋਵੇ, ਉਹਨੂੰ ਆਪਾਂ ਲਿਬਾਸ ਪਹਿਨਾ ਦਈਏ, ਉਹ ਬੰਦੇ ਦਾ ਕੰਮ ਨਹੀਂ ਦੇ ਸਕਦੀ, ਹੈ ਨਾ। ਇਹ ਗੱਲ ਚੀਜ਼ ਆਪਾਂ ਨੋਟ ਕਰਨੀ ਆ ਵੀ ਜਿਹੜੀ ਮਰਿਆਦਾ ਗੁਰੂ ਨੇ ਬਣਾਤੀ, ਉਹਦੇ ਪਿੱਛੇ ਕੋਈ ਕਾਰਨ ਨਹੀਂ ਆ। ਅਗਲਾ ਬਚਨ ਜੋ ਮਹਾਰਾਜ ਨੇ ਕੀਤਾ, ਸਿੰਘ ਹੋਏ ਜੋ ਪਹਿਰੇ ਟੋਪੀ ਕੀਰਾ, ਗੁਰ ਕਾ ਸਿੰਘ ਨਹੀਂ ਬੋ ਵੀਰਾ। ਤਾਂ ਜਿਹੜਾ ਟੋਪੀ ਪਾਉਂਦਾ ਸਿੱਖ ਹੋ ਗਏ, ਮਹਾਰਾਜ ਕਹਿੰਦੇ ਉਹ ਭਾਈ ਸਿੱਖ ਹੀ ਨਹੀਂ ਹੋ ਸਕਦਾ। ਤਾਂ ਇਹ ਸਿੱਖ ਦਾ ਕੰਮ ਆ ਦਸਤਾਰ ਸਜਾਉਣੀ, ਦਮਾਲਾ ਸਜਾਉਣਾ, ਗੁਰੂ ਮਹਾਰਾਜ ਦੇ ਸ਼ਾਸਤਰ ਬਸਤਰ ਰੱਖਣੇ, ਤਿਆਰ ਬਰ ਤਿਆਰ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ। ਤੇ ਉੱਥੇ ਇੱਕ ਸਿੱਖਣੀ ਆਈ, ਉਹਨੇ ਹੱਥ ਜੋੜ ਕੇ ਮਹਾਰਾਜ ਨੂੰ ਅਰਜ਼ ਕੀਤੀ, ਬੇਨਤੀ ਕੀਤੀ, ਗੁਰੂ ਮਹਾਰਾਜ ਮੇਰਾ ਇੱਕੋ ਇੱਕ ਬੇਟਾ ਸੀਗਾ ਤੇ ਉਹ ਸ਼ਰੀਕਾਂ ਨੇ ਮਾਰਤਾ। ਬਚਨ ਹੋਇਆ, ਮਹਾਰਾਜ ਕਹਿੰਦੇ ਵੀ ਉਹਨਾਂ ਨੂੰ ਲੈ ਕੇ ਆਓ ਇੱਥੇ। ਸਿੱਖਾਂ ਨੇ ਹੱਥ ਜੋੜ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ। ਫਿਰ ਗੁਰੂ ਸਾਹਿਬ ਜੀ ਦੇ ਸਾਹਮਣੇ ਉਹਨਾਂ ਨੂੰ ਬੁਲਾਇਆ ਗਿਆ। ਮਹਾਰਾਜ ਕਹਿੰਦੇ ਭਾਈ ਤੁਸੀਂ ਦੱਸੋ ਇਹਨਾਂ ਦੇ ਬੇਟੇ ਨੂੰ ਕਿਉਂ ਮਾਰਿਆ? ਇਹ ਬੀਬੀ ਕਹਿ ਰਹੀ ਆ। ਉਹ ਕਹਿਣ ਲੱਗੇ, ਦੇਖੋ ਗੁਰੂ ਜੀ, ਸਾਡੇ ਜਿਹੜੇ ਪਿਤਾ ਜੀ ਸੀ ਉਹਨਾਂ ਨੇ 2 ਵਿਆਹ ਕਰੇ। ਇੱਕ ਮਾਂ ਦੇ ਅਸੀਂ 5 ਪੁੱਤਰ ਹਾਂ ਤੇ ਦੂਜੀ ਸਾਡੀ ਇਹ ਮਤਰੇਈ ਮਾਂ, ਇਹਦਾ ਇੱਕ ਪੁੱਤ ਸੀ। ਤੇ ਇਸ ਕਰਕੇ ਸਾਡਾ ਆਪਸ ਵਿੱਚ ਝਗੜਾ ਹੋ ਗਿਆ। ਜਦੋਂ ਵੰਡ ਹੋਣ ਲੱਗੀ ਨਾ ਮਹਾਰਾਜ ਜੀ, ਤੇ ਉਦੋਂ ਹਿੱਸੇ ਪਾਉਣ ਲੱਗੇ, ਉਦੋਂ ਝਗੜਾ ਹੋਇਆ। ਇਹ ਸਾਡੇ 5 ਭਰਾਵਾਂ ਕੋਲੋਂ ਇੱਕ ਪੁੱਤਰ ਵਾਲੀ ਅੱਧਾ ਹਿੱਸਾ ਮੰਗਦੀ ਸੀ। ਇਸ ਕਰਕੇ ਲੜਾਈ ਹੋਈ, ਝਗੜਾ ਹੋਇਆ ਤੇ ਗੁਰੂ ਜੀ ਸਾਡੇ ਤੋਂ ਇਹਦਾ ਪੁੱਤ ਮਰ ਗਿਆ, ਅਸੀਂ ਮਾਰਿਆ। ਇਹ ਅੱਧ ਦਾ ਮਾਲਕ ਸੀਗਾ। ਤੁਸੀਂ ਦੱਸੋ, ਗੁਰੂ ਮਹਾਰਾਜ ਨੇ ਕਿਹਾ ਵੀ ਤੁਸੀਂ ਮਾੜਾ ਕੰਮ ਤਾਂ ਕੀਤਾ ਹੀ ਆ। ਇਨਸਾਨ ਨੂੰ ਮਾਰਨਾ ਬਹੁਤ ਵੱਡਾ ਇੱਕ ਪਾਪ ਆ, ਗੁਨਾਹ। ਪਰ ਜੇ ਆਪਾਂ ਕਾਨੂੰਨ ਦੇ ਮੁਤਾਬਕ ਦੇਖੀਏ, ਫਿਰ ਗੁਰੂ ਜੀ ਕਹਿਣ ਲੱਗੇ ਤੁਸਾਂ ਅੱਗੇ ਵਾਸਤੇ ਇਹ ਚੀਜ਼ ਨਹੀਂ ਕਰਨੀ। ਮਹਾਰਾਜ ਜੀ ਕਹਿੰਦੇ ਤੇ ਉਹ ਜੋ ਤੁਸੀਂ ਕੀਤਾ ਹੋਇਆ ਤਾਂ ਬਹੁਤ ਗਲਤ ਆ, ਪਰ ਬਾਪ ਦਾਦੇ ਦੀ ਜਿਹੜੀ ਮਾਲਕੀ ਆ, ਬੇਟਿਆਂ ਪੋਤਿਆਂ ਲੈਣੀਆਂ, ਤੇ ਮਾਂ ਜਦੋਂ ਫਿਰ ਕਿਤੇ ਦੂਜੀ ਵਾਰ ਸ਼ਾਦੀ ਕਰ ਦਿੰਦੀ ਆ ਤੇ ਪਹਿਲਾਂ ਵਾਲੇ ਬੇਟੇ ਦਾ ਉਹਨਾਂ ਦਾਵਾ ਨਹੀਂ ਰਹਿੰਦਾ। ਇਸ ਤਰ੍ਹਾਂ ਜੋ ਹੋਇਆ ਬਹੁਤ ਹੀ ਗਲਤ ਹੋਇਆ ਤਾਂ ਗਲਤ ਹੀ ਆ ਕਿ ਤੁਹਾਡੇ ਹੱਥੋਂ ਇਨਸਾਨ ਦਾ ਕਤਲ ਹੋ ਗਿਆ, ਪਰ ਵੰਡ ਵੰਡਈਏ ਦੇ ਚੱਕਰ ਵਿੱਚ ਹੋਇਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਵੀ ਬੀਬੀ ਅੱਗੇ ਵਿਆਹ ਕਰਵਾ ਲਵੇ ਨਾ, ਉਹਦੇ ਪਹਿਲੇ ਨਿਆਣੇ ਦਾ ਉਹ ਨਵੀਂ ਜਗ੍ਹਾ ਤੇ ਕੋਈ ਹੱਕ ਨਹੀਂ ਹੁੰਦਾ। ਫਿਰ ਇਹ ਗੁਰੂ ਸਾਹਿਬ ਦੇ ਖੁਦ ਦੇ ਬਚਨ। ਉਹ ਜਿਹੜੀ ਬੀਬੀ ਆ ਉਹਦਾ ਆਪਦਾ ਹਿੱਸਾ ਤਾਂ ਹੋ ਸਕਦਾ ਉੱਥੇ ਜਿਹਦੇ ਨਾਲ ਵਿਆਹੀ ਆ, ਪਰ ਪਿੱਛੇ ਜਿਹੜੇ ਬੱਚੇ ਆ ਉਹਨਾਂ ਦਾ ਨਹੀਂ ਹੋ ਸਕਦਾ। ਇਸ ਕਰਕੇ ਜਿਹੜੀ ਵੰਡ ਆ, ਵੰਡ ਦੇ ਸਮੇਂ ਅੱਜ ਵੀ ਲੜਾਈਆਂ ਬਹੁਤ ਹੁੰਦੀਆਂ। ਤੇ ਮਹਾਰਾਜ ਜੀ ਨੇ 100 ਸਾਖੀ ਵਿੱਚ ਫੈਸਲੇ ਵੀ ਕਰਵਾਏ। ਕੁਝ ਲੋਕ ਲੜਦੇ ਸੀ,
ਉਹਨਾਂ ਦੇ ਫੈਸਲੇ ਨਹੀਂ ਸੀ ਹੁੰਦੇ ਸਰਕਾਰਾਂ ਤੋਂ, ਹਕੂਮਤ ਤੋਂ। ਫਿਰ ਉਹਨਾਂ ਦਾ ਝਗੜਾ ਜਿਹੜਾ ਨਿਪਟਾਰਾ ਮਹਾਰਾਜ ਹੀ ਕਰਵਾ ਦਿੰਦੇ। ਫਿਰ ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਭਾਈ ਅੰਮ੍ਰਿਤ ਛਕੋ, ਸਿੰਘ ਸਜੋ, ਅਤੇ ਉਹ ਜੋ ਗਿਆ ਹੋਇਆ ਬੰਦਾ ਹੈ ਉਹ ਵਾਪਸ ਤਾਂ ਨਹੀਂ ਆ ਸਕਦਾ। ਤੁਸੀਂ ਮਾਫੀ ਮੰਗੋ, ਨੀਵੇਂ ਹੋਵੋ, ਅਤੇ ਹੁਣ ਗਲਤੀਆਂ ਸੁਧਾਰੋ, ਤਾਂ ਇਹਨੂੰ ਮਾਂ ਹੀ ਮੰਨੋ ਆਪਣੀ, ਰਿਸ਼ਤਾ ਦੁਬਾਰਾ ਤੋਂ। ਪਰ ਇਹ ਗੱਲ ਇਉਂ ਹੁੰਦੀ ਆ ਵੀ ਰਹਿਮਨ ਧਾਗਾ ਪ੍ਰੇਮ ਕਾ ਮਤ ਤੋਰੋ ਚਟਕਾਏ, ਟੁੱਟੇ ਤੋਂ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ। ਇਹ ਰਹੀਮ ਜੀ ਦਾ ਇੱਕ ਦੋਹਰਾ ਵੀ ਹੈ ਹਿੰਦੀ ਵਿੱਚ, ਵੀ ਧਾਗਾ ਜਿਹੜਾ ਟੁੱਟ ਜੇ ਨਾ ਕੇਰਾਂ, ਜੁੜ ਤਾਂ ਜਾਂਦਾ ਪਰ ਵਿੱਚ ਉਹਦੇ ਗੰਢ ਪੈ ਜਾਂਦੀ ਆ। ਗੰਢ ਜਦੋਂ ਪੈ ਜਾਂਦੀ ਰਿਸ਼ਤਾ ਉਹ ਗੱਲ ਹੀ ਨਹੀਂ ਬਣਦੀ। ਫਿਰ ਇਸ ਤਰ੍ਹਾਂ ਮਹਾਰਾਜ ਕੋਲ ਇਹ ਫੈਸਲੇ ਹੁੰਦੇ ਰਹੇ ਆ। ਅਤੇ ਫਿਰ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਮਹਾਰਾਜ ਵੀ ਇਹ ਸੱਪ ਜਿਹੜਾ ਹੈ ਵੀ ਜੇ ਕਿਸੇ ਬੰਦੇ ਨੂੰ ਲੜ ਜੇ ਉਹਦਾ ਵੀ ਕੋਈ ਇਲਾਜ ਹੈਗਾ ਕਿ ਬੰਦਾ ਮਾਰੀ ਜਾਂਦਾ? ਤਾਂ ਗੁਰੂ ਸਾਹਿਬ ਜੀ ਕਹਿੰਦੇ, ਭਾਈ ਬੰਦਾ ਸੱਪ ਦੀ ਜੂਨੀ ਵਿੱਚ ਪੈਂਦਾ ਹੀ ਕਿਉਂ ਆ? ਪਹਿਲਾਂ ਜਿਹੜੇ ਸੱਪ ਖੁੱਡਾਂ 'ਚ ਰਹਿੰਦੇ ਆ, ਆਸੇ ਪਾਸੇ ਵੇਖਦੇ ਆ, ਇਹ ਕਦੋਂ ਜੂਨ 'ਚ ਪੈਂਦੇ ਆ? ਸੰਗਤ ਕਹਿਣ ਲੱਗੀ, ਮਹਾਰਾਜ ਸਾਨੂੰ ਤਾਂ ਪਤਾ ਨਹੀਂ। ਫਿਰ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਜਿਹੜਾ ਬੰਦਾ ਆਖਰੀ ਸਮੇਂ ਧਨ ਦੌਲਤ ਨੂੰ ਯਾਦ ਕਰਦਾ, ਐਵੇਂ ਫਿਕਰ 'ਚ ਮਰ ਜਾਂਦਾ, ਐਸੀ ਚਿੰਤਾ ਮਹਿ ਜੇ ਮਰੈ, ਉਹ ਬੰਦਾ ਸਰਪ ਜੂਨ ਬਲ ਬਲ ਉਤਰੈ। ਉਹ ਮੁੜ ਮੁੜ ਕੇ ਸੱਪ ਦੀ ਜੂਨ 'ਚ ਪੈਂਦਾ, ਉਹਨੂੰ ਜਿਹੜੀ ਆ ਸੱਪ ਦੀ ਜੂਨੀ ਮਿਲਦੀ ਆ, ਜਿਹੜਾ ਮਾਇਆ ਨੂੰ ਚੇਤੇ ਕਰਦਾ ਮੁੜ ਮੁੜ ਕੇ ਮਰਨ ਸਮੇਂ ਵੀ, ਅੰਤ ਕਾਲ ਤੱਕ, ਮਰਨ ਤੱਕ, ਜਾਂ ਮਰਨ ਸਮੇਂ, ਆਖਰੀ ਸਮੇਂ, ਮਰਨ ਸਮੇਂ ਰੱਬ ਨੂੰ ਨਹੀਂ ਚੇਤੇ ਕਰਦਾ, ਉਹ ਫਿਰ ਸਾਰੀ ਜ਼ਿੰਦਗੀ ਪੈਸਾ 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 ਹੀ ਕਰਦਾ, ਉਹ ਸੱਪ ਦੀ ਜੂਨ 'ਚ ਪੈਂਦਾ। ਇਹ ਐਵੇਂ ਜੂਨਾਂ ਨਹੀਂ ਬਣਦੀਆਂ। ਫਿਰ ਮਹਾਰਾਜ ਨੇ ਇਲਾਜ ਵੀ ਦੱਸਿਆ ਵੀ ਜੇ ਕਿਸੇ ਨੂੰ ਸੱਪ ਲੜੇ ਤਾਂ 2 ਤੋਲੇ ਨਸ਼ਾਦਰ ਪੀਸ ਕਰ ਪਾਣੀ ਦੇ ਵਿੱਚ ਪਾ ਕੇ ਮਿਲਾ ਕੇ ਨਾ ਉਹਨੂੰ ਦੇ ਦਿਓ, ਦਸਤ ਲੱਗ ਜਾਣਗੇ, ਜ਼ਹਿਰ ਨਿਕਲ ਜਾਵੇਗੀ, ਘੜੀ 2 ਘੜੀ ਪਿੱਛੋਂ ਘਿਓ ਪਿਲਾ ਦਿਓ, ਅਤੇ 1 ਵਾਰੀ ਨਹੀਂ, 2 ਵਾਰੀ ਨਹੀਂ, ਕਈ ਵਾਰ ਉਹ ਬੰਦਾ ਠੀਕ ਹੋ ਜਾਵੇਗਾ। ਅਤੇ ਇਵੇਂ ਫਿਰ ਇਹ ਜਿਹੜੀ ਜਨਮ ਸਾਖੀ ਉਹਦੇ ਵਿੱਚ ਇਵੇਂ ਲਿਖਿਆ ਹੋਇਆ, ਮੈਂ ਪੜ੍ਹ ਕੇ ਵੀ ਆਪ ਜੀ ਨੂੰ ਉਹ ਹੂਬਹੂ ਜਿਹੜੇ ਬੋਲ ਦੱਸ ਦਿੰਦਾ ਵੀ ਜੇਕਰ ਕਿਸੇ ਨੂੰ ਸੱਪ ਲੜੇ 2 ਤੋਲੇ ਨਸ਼ਾਦਰ ਪੀਸ ਕਰ ਪਾਣੀ ਮੇਂ ਪਾਏ ਮਿਲਾ ਦੇਵੋ, ਦਸਤ ਕੇ ਨਾਲ ਜ਼ਹਿਰ ਨਿਕਲ ਜਾਏਗੀ, ਘੜੀ 2 ਘੜੀ ਪਿੱਛੋਂ ਘਿਓ ਪਿਲਾਏ ਦੇਵੋ ਬਹੁਤ ਵੇਰੀ। ਇਹ ਫਿਰ ਇਹ ਜਿਹੜੀ ਸਾਖੀ ਆ ਨਾ ਉਹਦੀ ਭਾਸ਼ਾ ਵਾ, ਉਹ ਆਪ ਜੀ ਨੂੰ ਪੂਰਨ ਰੂਪ ਵਿੱਚ ਸਮਝ ਨਹੀਂ ਲੱਗ ਰਹੀ, ਇਸ ਕਰਕੇ ਇਹਨੂੰ ਸ਼ੁੱਧ ਪੰਜਾਬੀ ਵਿੱਚ ਬੋਲ ਕੇ ਆਪਾਂ ਵਿਚਾਰ ਰਹੇ ਹਾਂ। ਗੁਰਮੁਖ ਪਿਆਰਿਓ, ਸੰਗਤਾਂ ਨੇ ਅਰਜ਼ ਕੀਤੀ ਮਹਾਰਾਜ ਜੀ, ਆਪ ਜੀ ਨੇ ਬਹੁਤ ਕਿਰਪਾ ਕੀਤੀ ਆ। ਇਸ ਤਰ੍ਹਾਂ ਬਹੁਤ ਸੰਗਤਾਂ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦੀਆਂ ਸੀ। ਇੱਕ ਵਾਰੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਕਹਿੰਦੇ ਹੋ ਬਾਣੀ ਪੜ੍ਹਨੀ ਚਾਹੀਦੀ ਆ, ਇੱਕ ਦਿਨ ਵਿੱਚ ਇੰਨੀ ਬਾਣੀ ਪੜ੍ਹੀ ਨਹੀਂ ਜਾਂਦੀ ਮਹਾਰਾਜ, ਅਤੇ ਇਹ ਇੰਨੇ ਪਾਠ ਤੁਸੀਂ ਤਾਂ ਪੜ੍ਹ ਲੈਂਦੇ ਹੋ, ਅਤੇ ਜਾਂ ਕੰਠ ਬਾਣੀ ਵਾਲਾ ਪੜ੍ਹ ਸਕਦਾ, ਪਰ ਮਹਾਰਾਜ ਸਾਨੂੰ ਬਾਣੀ ਕੰਠ ਨਹੀਂ ਹੈਗੀ, ਅਸੀਂ ਕਿਵੇਂ ਬਾਣੀ ਪੜ੍ਹੀਏ? ਤਾਂ ਗੁਰੂ ਸਾਹਿਬ ਜੀ ਨੇ ਆਖਿਆ, ਭਾਈ ਤੁਸੀਂ 5 ਦਿਨਾਂ ਵਿੱਚ ਵੀ ਪੂਰਾ ਕਰ ਲਿਆ ਕਰੋ, ਇਹ ਤੁਹਾਨੂੰ ਜ਼ਿਆਦਾ ਹੀ ਕੰਮ ਧੰਦੇ ਆ। ਅਤੇ ਮਹਾਰਾਜ ਨੇ ਉਹਨਾਂ ਨੂੰ ਆਖਿਆ ਵੀ 1 ਦਿਨ 'ਚ ਨਹੀਂ ਕਰ ਸਕਦੇ, 5 ਦਿਨਾਂ ਵਿੱਚ ਪੜ੍ਹ ਲਓ। ਤਾਂ ਇਹ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਾਣੀ ਦੇ ਨਾਲ ਜੋੜਿਆ। ਇਹ ਉਹਨਾਂ ਲਈ ਆ ਜਿਹੜੇ ਨਵੇਂ ਜੁੜਦੇ ਆ। ਅਤੇ ਇੱਕ ਵਾਰੀ ਇਸੇ ਸਾਖੀ 'ਚ ਲਿਖਿਆ ਨਾਲ ਵੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਕਿੱਕਰਾਂ ਬਹੁਤ ਆ, ਪੁੱਟ ਸੁੱਟੀਏ ਇਹਨਾਂ ਨੂੰ। ਅਤੇ ਮਹਾਰਾਜ ਜੀ ਕਹਿਣ ਲੱਗੇ, ਦੇਖੋ ਭਾਈ, ਦਰਖਤ ਜਿਹੜੇ ਹੁੰਦੇ ਆ ਉਹ ਧਰਤੀ ਦੀ ਰੌਣਕ ਵਧਾਉਂਦੇ ਆ, ਪਰ ਜਿਹੜੀਆਂ ਪਹਾੜੀ ਕਿੱਕਰਾਂ ਵਿੱਚੋਂ ਬੋ ਆਉਂਦੀ ਆ ਨਾ, ਅਤੇ ਉਹਨਾਂ ਨੂੰ ਤੁਸੀਂ ਪੁੱਟ ਦਿਓ। ਪਰ ਨਾਲ ਹੀ ਮਹਾਰਾਜ ਜੀ ਨੇ ਆਖਿਆ, ਭਾਈ ਦੇਸੀ ਕਿੱਕਰ ਤਾਂ ਗੁਲਾਬ ਹੀ ਆ, ਇਹ ਸਾਡਾ ਗੁਲਾਬ ਆ, ਇਹ ਬਹੁਤ ਪਵਿੱਤਰ ਆ, ਇਹ ਨਹੀਂ ਪੁੱਟਣੀ, ਕਿਉਂਕਿ ਇਹਦੀ ਦਾਤਨ ਕਰਨ ਦੇ ਨਾਲ ਬੰਦੇ ਦਾ ਜਿਹੜਾ ਮੁੱਖ ਆ ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ, ਭਾਈ ਵੀ ਇਹ ਚੀਜ਼ਾਂ ਦਾ ਖਿਆਲ ਰੱਖਣਾ ਵੀ ਕਿਹੜੀ ਚੀਜ਼ ਪੁੱਟਣੀ ਆ, ਕਿਹੜੀ ਚੀਜ਼ ਰੱਖਣੀ ਆ। ਇਹ ਨਾ ਹੋਵੇ ਵੀ ਜਿਹੜੀਆਂ ਚੀਜ਼ਾਂ ਰੱਖਣੀਆਂ ਉਹਨਾਂ ਨੂੰ ਪੁੱਟੀ ਚੱਲੀਏ, ਜਿਹੜੀਆਂ ਪੁੱਟਣੀਆਂ ਉਹਨਾਂ ਨੂੰ ਰੱਖੀ ਚੱਲੀਏ। ਤਾਂ ਇੰਨੇ ਮਹਾਰਾਜ ਜੀ ਦੇ ਇਹ 100 ਸਾਖੀ ਵਿੱਚ ਬਚਨ ਹੋਏ ਵੇ ਆ। ਫਿਰ ਗੁਰੂ ਮਹਾਰਾਜ ਕੋਲ ਕਾਬਲ ਤੋਂ ਚੱਲ ਕੇ ਸੰਗਤ ਆਈ ਆ। ਗੁਰ ਕਹਿਆ ਸਾਕਾਰ ਕਮਾਵੋ,
ਗੁਰ ਕੀ ਕਰਨੀ ਕਾਹੇ ਧਾਵੋ। ਕਾਬਲ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਧਰਮ ਸ਼ਾਸਤਰ ਵਿਜੇ ਮੁਕਤ ਦਾ ਉਤਾਰਾ ਕਰ ਲਈਏ। ਬਚਨ ਹੋਇਆ ਮਹਾਰਾਜ ਜੀ ਦਾ, ਭਾਈ ਇਹਦਾ ਉਤਾਰਾ ਸੰਮਤ 1943 ਦੇ ਪਿੱਛੋਂ ਹੋਊਗਾ। ਘਰ ਘਰ ਵਿਖੇ ਪਾਠ ਹੋਇਆ ਕਰੇਗਾ। ਬੀਬੀਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਖਾਵੰਦ ਪਤੀ ਤੁਰਕਾਂ ਨੇ ਮਾਰਤੇ ਆ। ਮਹਾਰਾਜ ਸਾਡੀ ਮਰਜ਼ੀ ਆ ਤੁਰਕਾਂ ਨਾਲ ਯੁੱਧ ਕਰਨ ਦੀ। ਬਚਨ ਹੋਇਆ ਤੁਸੀਂ ਅੰਮ੍ਰਿਤ ਛਕੋ ਤੇ ਯੁੱਧ ਕਰ ਸਕਦੇ ਹੋ। ਮਹਾਰਾਜ ਨੇ ਆਖਿਆ, ਸੋ ਸੂਰਾ ਵਰਿਆਮ ਜੇ ਸਾਹਿਬ ਬਲ ਧਰੇ, ਸਿੰਘਾਂ ਦਾ ਰੂਪ ਧਾਰੋ। ਅਰਾਕੀਆਂ ਤੇ ਸਵਾਰ ਹੋ ਕੇ ਸ੍ਰੀ ਸਾਹਿਬ ਹੱਥ ਵਿੱਚ ਲੈ ਕੇ ਫਤਿਹ ਗਜਾ ਕੇ ਭਾਈ ਇਹ ਜ਼ੁਲਮ ਦਾ ਟਾਕਰਾ ਕਰੋ। ਹੁਕਮ ਮੰਨ ਸਿੰਘਣੀਆਂ ਨੇ, ਸਿੰਘਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਕੇ ਜਹਾਜ਼ੇ ਚੜੀਆਂ ਫੌਜਾਂ ਗੁਰਮੁਖ ਪਿਆਰਿਓ ਚੰਡੀ ਦਾ ਰੂਪ ਧਾਰ ਕੇ ਚੰਡ ਮੁੰਡ ਕਰ ਦਿੱਤਾ ਤੇ ਐਵੇਂ ਫਿਰ ਤੁਰਕਾਂ ਨੂੰ ਘੇਰ ਘੇਰ ਕੇ ਮਾਰਿਆ। ਤਾਂ ਇਹ ਮਹਾਰਾਜ ਦੀ ਹੀ ਕਿਰਪਾ ਸੀਗੀ। ਗੁਰੂ ਜੀ ਨੇ ਡਰਿਆਂ ਨੂੰ ਸਹਿਮਿਆਂ ਨੂੰ ਸ਼ੇਰ ਵਾਲਾ ਦਿਲ ਦਿੱਤਾ, ਪੋਸ਼ਾਕ ਉਹ ਦਿੱਤੀ, ਬਾਣਾ ਉਹ ਦਿੱਤਾ, ਜਿਹਦੇ ਨਾਲ ਦੂਰੋਂ ਖੜੇ ਉਹ ਲੱਖਾਂ ਤੋਂ ਪਛਾਣੇ ਜਾਣ। ਤਾਂ ਐਵੇਂ ਫਿਰ ਗੁਰੂ ਸਾਹਿਬ ਜੀ ਦੇ ਮਾਝੇ ਦੇ ਮਝੈਲ ਆ, ਚਾਹੇ ਮਾਲਵੇ ਵਾਲੀ ਸੰਗਤ ਆ, ਚਾਹੇ ਦੁਆਬੇ ਵਾਲੇ ਆ ਸਿੰਘ ਸਿੰਘਣੀਆਂ, ਤਾਂ ਕੋਈ ਪਿੱਛੇ ਨਹੀਂ ਰਿਹਾ। ਪੰਜਾਬ ਦੇ ਹਰ ਇਲਾਕੇ ਵਿੱਚੋਂ ਕੋਨੇ-ਕੋਨੇ ਵਿੱਚੋਂ ਕੁਰਬਾਨੀਆਂ ਹੋਈਆਂ ਗੁਰਮੁਖ ਪਿਆਰਿਓ। ਤੇ ਮਹਾਰਾਜ ਨੇ ਉਪਦੇਸ਼ ਦਿੱਤਾ, ਭਾਈ ਇਹ ਜਿਹੜੀ ਸਾਧ ਸੰਗਤ ਜੀ ਲੋਕ ਮਰ ਕੇ ਕੁੱਤੇ ਸੱਪ ਭੂਤ ਪ੍ਰੇਤ ਦੀ ਜੂਨੀ ਵਿੱਚ ਕਦੋਂ ਪੈਂਦੇ ਆ? ਜਿਹੜੇ ਲੋਕ ਧੀਆਂ ਦਾ ਕੁੱਖ 'ਚ ਕਤਲ ਕਰਦੇ ਆ ਉਹ ਕੁੱਤੇ ਵਾਲੀ ਜੂਨੀ ਵਿੱਚ ਪੈਂਦੇ ਆ, ਮਾਇਆ ਧਾਰੀ ਸੱਪ ਦੀ ਜੂਨੀ 'ਚ ਪੈਂਦੇ ਆ। ਇਹਦਾ ਮਤਲਬ ਇਹ ਨਹੀਂ ਕਿ ਪੈਸਾ ਵਰਤੋ ਨਾ, ਪੈਸਾ ਜੇਬ 'ਚ ਹੋਵੇ, ਦਿਮਾਗ 'ਚ ਗੁਰੂ ਦਾ ਪ੍ਰੇਮ ਹੋਵੇ। ਭੂਤ ਪ੍ਰੇਤ ਦੀ ਹੁਣ ਜੂਨ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ, ਭਾਈ ਦੇਖੋ ਜਿਹੜਾ ਬੰਦਾ ਬਹੁਤ ਜ਼ਿਆਦਾ ਅੰਤਲੇ ਸਮੇਂ ਘਰ ਨੂੰ ਹੀ ਚੇਤੇ ਕਰੀ ਜਾਂਦਾ, ਉਹ ਭੂਤ ਪ੍ਰੇਤ ਹੀ ਬਣਦਾ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਆਖਰੀ ਸਮੇਂ ਜਿਹੜਾ ਬੰਦਾ ਮਹਿਲ ਮਾੜੀਆਂ ਦਾ ਖਿਆਲ ਕਰਦਾ, ਜੇਕਰ ਉਹ ਇਹੋ ਜਿਹੇ ਧਿਆਨ ਦੇ ਅੰਦਰ ਮਰ ਜਾਂਦਾ, ਪ੍ਰੇਤ ਜੂਨ ਉਹਨੂੰ ਮਿਲਦੀ ਹੈ। ਮੁੜ ਮੁੜ ਕੇ ਇੱਕ ਵਾਰੀ ਨਹੀਂ ਕਈ ਵਾਰੀ ਇਹ ਜੂਨ 'ਚ ਪੈਂਦਾ ਹੈ। ਤਾਂ ਫਿਰ ਸੰਗਤਾਂ ਨੇ ਹੱਥ ਜੋੜੇ, ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰੋ। ਰਹਿਤ ਮਰਿਆਦਾ ਸਭੀ ਸੁਣਾਏ, ਸਿੰਘ ਸੱਜਣ ਕੀ ਬਾਤ ਬਤਾਏ। ਸਾਖੀ ਗੁਰ ਸੰਪੂਰਨ ਕਰੀ, ਸੰਗਤ ਕੋ ਅਸੀਸ ਬਹੁ ਕਰੀ। ਤਾਂ ਇਵੇਂ ਫਿਰ ਇਹ ਸਾਖੀ ਜਿਹੜੀ ਆ ਇਹ ਸੰਪੂਰਨ ਹੁੰਦੀ ਆ। ਦੋਹਰਾ ਸਾਖੀ ਕੋ ਲਿਖਵਾਏ, ਗੁਰ ਪੌਡੇ ਪਲੰਗ ਪ੍ਰਿਅੰਕ। ਸੰਗਤ ਪੁਨ ਉਚਰੀ ਫਤਿਹ, ਵਾਹਿਗੁਰੂ ਬਿਨ ਸੰਕ। ਗੁਰਮੁਖ ਪਿਆਰਿਓ, ਤੇ ਇਹ ਮਹਾਰਾਜ ਜੀ ਦੇ ਬਹੁਤ ਹੀ ਨਿਆਰੇ ਬਚਨ ਸੀਗੇ। ਅੱਜ ਕੱਲ ਜਿਹੜਾ ਲੋਕਾਂ ਦਾ ਹਾਲ ਆ, ਹਵਾ ਹੀ ਆਪਾਂ ਕਹਿੰਦੇ ਇਹੋ ਜਿਹੀ ਵਗੀ ਪਈ ਆ। ਦਮਾਲੇ ਬੰਨ੍ਹ ਕੇ ਵੀ ਕੁਝ ਬੀਬੀਆਂ ਮੇਕਅਪ ਕਰ ਰਹੀਆਂ, ਦਮਾਲੇ ਬੰਨ੍ਹ ਕੇ ਹੀ ਉਹਦਾ ਭੇਖੀ ਸਿੱਖ ਵਾਲਾ ਰੂਪ ਹੋਇਆ ਪਿਆ। ਭਾਈ ਇਹ ਬਾਣਾ ਗੁਰੂ ਦਾ, ਇਹਨੂੰ ਬਦਨਾਮ ਨਾ ਕਰੋ। ਜੇ ਤੁਸੀਂ ਨਹੀਂ ਹੈਗਾ ਭਾਵ ਤੁਹਾਡੇ ਮਨ 'ਚ ਭਾਵਨਾ ਹੀ ਨਹੀਂ, ਫਿਰ ਰਹਿਣ ਦਿਓ ਛਕਣ ਨੂੰ, ਵਿਖਾਵਾ ਕਿਉਂ ਕਰਨਾ। ਤਾਂ ਇਹ ਚੀਜ਼ਾਂ ਸਾਰੀਆਂ ਇਹ ਸੰਪੂਰਨ ਹੀ ਸੋਹਣੀਆਂ ਲੱਗਦੀਆਂ। ਇਹ ਉਹ ਮਾਈ ਭਾਗੋ ਜੀ, ਉਹਨਾਂ ਦਾ ਜੀਵਨ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾ ਜੀ ਤੇ ਮਾਤਾ ਅਜੀਤ ਕੌਰ ਜੀ, ਮਾਤਾ ਜੀਤੋ ਜੀ ਵੀ ਆਪਾਂ ਕਹਿ ਦਿੰਦੇ ਹਾਂ, ਮਾਤਾ ਗੁਜਰ ਕੌਰ ਜੀ, ਬੀਬੀ ਖੀਵੀ ਜੀ, ਇਹ ਸਾਰੀਆਂ ਇਤਿਹਾਸਕ ਬਤਾਵਾਂ ਇਹਨਾਂ ਤੋਂ ਸਿੱਖ ਲਓ। ਥੋੜ੍ਹਾ ਜਿਹਾ, ਬਹੁਤਾ ਨਹੀਂ ਸਿੱਖ ਸਕਦੇ, ਥੋੜ੍ਹਾ ਜਿਹਾ ਤਾਂ ਸਿੱਖ ਲਓ ਕਿੱਦਾਂ ਦਾ ਇਹਨਾਂ ਦਾ ਜੀਵਨ ਸੀਗਾ ਤੇ ਸਾਡਾ ਜੀਵਨ ਕਿੱਧਰ ਨੂੰ ਜਾ ਰਿਹਾ। ਅੰਮ੍ਰਿਤ ਛਕਣ ਤੋਂ ਪਹਿਲਾਂ ਸਾਰਾ ਕੁਝ ਉਤਾਰ ਦੇਣਾ, ਗਹਿਣੇ ਜੋ ਪਾਏ ਆ, ਕੰਨਾਂ ਵਿੱਚ ਪਾਏ ਆ, ਮੇਕਅਪ ਵੀ ਨਹੀਂ ਕਰਨਾ। ਅੰਮ੍ਰਿਤ ਛਕ ਕੇ ਆਉਣਾ, ਨਾਲ ਦੀ ਨਾਲ ਹੀ ਇਹ ਚੀਜ਼ਾਂ ਪਾ ਲੈਣੀਆਂ। ਇਹ ਫਿਰ ਮਰਿਆਦਾ ਜਿਹੜੀ ਆ ਉਹ ਭਾਵ ਕਿ ਗੇਟੋਂ ਨਿਕਲਦੇ ਬੰਦਾ ਭੁੱਲ ਰਿਹਾ। ਕਿੱਡਾ ਭਾਵ ਕਲਯੁੱਗ ਦਾ ਤੁਸੀਂ ਦੇਖੋ ਵੀ ਪਹਿਰਾ ਕਿੱਡਾ ਹੋਊਗਾ। ਐਵੇਂ ਨਹੀਂ ਮਹਾਰਾਜ ਵਾਰ-ਵਾਰ ਕਹੀ ਜਾਂਦੇ, ਪਰ ਨਾਲ ਇਹ ਵੀ ਆ ਵੀ ਧੰਨ ਧੰਨ ਕਲਯੁੱਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਮੈਂ ਆਪ ਜੀ ਨੂੰ ਇਹੀ ਬੇਨਤੀਆਂ ਕਰੂੰਗਾ, ਭਾਈ ਦਿਖਾਵੇ ਵਾਲੇ ਸਿੱਖ ਕਦੇ ਨਾ ਬਣੋ। ਤਾਂ ਇਵੇਂ ਮਹਾਰਾਜ ਜੀ ਨੇ ਇਹ 100 ਸਾਖੀ ਦੇ ਵਿੱਚ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਮਹਾਰਾਜ ਜੀ ਨੇ ਜੋ ਬਚਨ ਦਿੱਤੇ ਆ, ਗੁਰੂ ਜੀ ਨੇ
ਉਹ ਭਾਈ ਸਾਨੂੰ ਕਮਾਉਣੇ ਚਾਹੀਦੇ ਆ। ਵੈਸੇ 52 ਬਚਨਾਂ ਵਿੱਚੋਂ ਵੀ ਬਹੁਤ ਸਾਰੇ ਬਚਨ ਇਹੋ ਜਿਹੇ ਆ ਜਿਹੜੇ ਅਜੇ ਤੱਕ ਅਸੀਂ ਨਹੀਂ ਕਮਾਏ, ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਜਿਹੜਾ ਆਸੇ ਪਾਸੇ ਜੋ ਇੱਕ ਤਰ੍ਹਾਂ ਦੀ ਆਵਾ ਮੰਡਲ ਹੁੰਦਾ, ਔਰਾ ਹੁੰਦਾ ਲੋਕਾਂ ਦਾ, ਉਹ ਵੀ ਮਾੜਾ ਹੀ ਆ। ਕਿਉਂਕਿ ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ, ਆਸੇ ਪਾਸੇ ਵੇਖਦੇ ਹਾਂ ਕੀ ਕੁਝ ਹੋਈ ਜਾਂਦਾ, ਮਾਹੌਲ ਵੀ ਠੀਕ ਨਹੀਂ, ਬਾਹਰਲੀਆਂ ਪ੍ਰਸਥਿਤੀਆਂ ਵੀ ਠੀਕ ਨਹੀਂ, ਅੰਦਰ ਵੀ ਠੀਕ ਨਹੀਂ ਬੰਦੇ ਦਾ ਮਨ, ਤੇ ਫਿਰ ਇਹ ਕਿੱਦਾਂ ਹੋ ਜਾਏਗਾ ਜੀ? ਕਿੱਦਾਂ ਅਸੀਂ ਚੰਗੇ ਬਣ ਸਕਦੇ ਹਾਂ ਜਦੋਂ ਮਾਹੌਲ ਹੀ ਨਹੀਂ ਬਾਹਰ ਠੀਕ? ਬੰਦਿਆ ਪਹਿਲਾਂ ਤੂੰ ਆਪਦਾ ਅੰਦਰ ਠੀਕ ਕਰ, ਤੇ ਜਦੋਂ ਅੰਦਰ ਠੀਕ ਹੋਇਆ ਬਾਹਰ ਜਿੱਦਾਂ ਦੇ ਹਾਲਾਤ ਮਰਜ਼ੀ ਹੋਣ ਸਭ ਠੀਕ ਹੀ ਠੀਕ ਹੋਵੇਗਾ ਜੀ। ਇਹੀ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ। ਅੰਮ੍ਰਿਤ ਛਕੋ, ਜੋ ਹਰ ਵਾਰ ਹੀ ਮੈਂ ਆਪ ਜੀ ਨੂੰ ਬੇਨਤੀ ਕਰਦਾ। ਸਿੰਘ ਸਜੋ, ਗੁਰੂ ਵਾਲੇ ਬਣੋ ਭਾਈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।